ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸੁਰਾਂ ਦੇ ਸਿਕੰਦਰ ਨੂੰ ਉਹਨਾਂ ਦੇ ਜੱਦੀ ਪਿੰਡ ਖੇੜੀ ਨੌਦ ਸਿੰਘ ਵਿਖੇ ਕੀਤਾ ਗਿਆ ਸਪੁਰਦੇ ਖਾਕ। ਸਰਦੂਲ ਸਿਕੰਦਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਏ ਹਜ਼ਾਰਾਂ ਲੋਕ। ਪੰਜਾਬੀ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਦਿੱਤੀ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ। ਤਰਨਤਾਰਨ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਹਾ ਰੈਲੀ ਦਾ ਆਯੋਜਨ। ਮਹਾ ਰੈਲੀ 'ਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਹੋਇਆ ਸ਼ਾਮਲ। ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੀ ਦਿੱਲੀ ਅੰਦੋਲਨ ਨੂੰ ਮਜ਼ਬੂਤ ਕਰਨ ਤੇ ਦਿੱਤਾ ਗਿਆ ਜ਼ੋਰ। ਕਿਸਾਨਾਂ ਨੇ ਅੰਮ੍ਰਿਤਸਰ ਦੇ ਪਾਸਪੋਰਟ ਦਫ਼ਤਰ ਪਹੁੰਚੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਕੀਤਾ ਜ਼ਬਰਦਸਤ ਵਿਰੋਧ। ਸ਼ਵੇਤ ਮਲਿਕ ਦੇ ਡਰਾਈਵਰ ਨੇ ਭਜਾਈ ਗੱਡੀ। ਸੁਰੱਖਿਆ ਮੁਲਾਜ਼ਮ ਛੁੱਟੇ ਪਿੱਛੇ। ਕਿਸਾਨਾਂ ਨੇ ਕਿਹਾ ਕਾਨੂੰਨ ਵਾਪਸ ਨਾ ਹੋਣ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਭਾਜਪਾ ਲੀਡਰਾਂ ਦਾ ਵਿਰੋਧ। ਪੈਟਰੋਲ ਦੇ ਬਰਾਬਰ ਹੋਵੇਗਾ ਦੁੱਧ ਦਾ ਰੇਟ। ਕੈਥਲ ਦੇ ਪਿੰਡ ਕੈਲਰਮ ਦੇ ਕਿਸਾਨਾਂ ਨੇ ਕੀਤਾ ਐਲਾਨ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਇੱਕ ਹੋਰ ਕਿਸਾਨ ਨੇ ਵਾਹੀ ਕਣਕ ਦੀ ਖੜੀ ਫਸਲ। ਅਤੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਆਮੋ ਸਾਹਮਣੇ ਹੋਏ ਵਿਕਰਮ ਮਜੀਠੀਆ ਤੇ ਸੰਜੇ ਸਿੰਘ। ਮਾਣਹਾਨੀ ਮਾਮਲੇ 'ਚ ਦੋਵਾਂ ਦੀ ਹੋਣੀ ਸੀ ਕ੍ਰਾਸ ਐਗਜ਼ਾਮੀਨੇਸ਼ਨ। ਮਾਮਲੇ ਦੀ ਅਗਲੀ ਤਰੀਕ 4 ਮਾਰਚ ਪਈ। ਤੇ ਹੁਣ ਖਬਰਾਂ ਦਾ ਵਿਸਤਾਰ। ਪੰਜਾਬ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਨੂੰ ਅੱਜ ਖੰਨਾ ਸਥਿਤ ਉਹਨਾਂ ਦੇ ਜੱਦੀ ਪਿੰਡ ਖੇੜੀ ਨੌਦ ਸਿੰਘ ਵਿਖੇ ਸਪੁਰਦੇ ਖਾਕ ਕਰ ਦਿੱਤਾ ਗਿਆ। ਉਹਨਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਗੁਰਦਾਸ ਮਾਨ, ਭਗਵੰਤ ਮਾਨ, ਬੱਬੂ ਮਾਨ, ਹੰਸਰਾਜ ਹੰਸ ਸਮੇਤ ਕਈ ਪੰਜਾਬੀ ਕਲਾਕਾਰ, ਸਿਆਸੀ ਆਗੂ ਤੇ ਸਿਕੰਦਰ ਦੇ ਫੈਨਸ ਪਹੁੰਚੇ। ਇਸ ਤੋਂ ਪਹਿਲਾਂ ਸਰਦੂਲ ਸਿਕੰਦਰ ਦੇ ਮ੍ਰਿਤਕ ਸਰੀਰ ਨੂੰ ਉਹਨਾਂ ਦੇ ਘਰ ਵਿਖੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ। ਇਸ ਮਗਰੋਂ ਪੂਰੇ ਸ਼ਹਿਰ 'ਚ ਉਹਨਾਂ ਦੀ ਅੰਤਿਮ ਯਾਤਰਾ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਭਾਗ ਲਿਆ। ਇਸ ਮੌਕੇ ਪੰਜਾਬੀ ਕਲਾਕਾਰਾਂ ਨੇ ਕਿਹਾ ਕਿ ਸੁਰਾਂ ਦੇ ਸਿਕੰਦਰ ਦੇ ਦੇਹਾਂਤ ਨਾਲ ਸੰਗੀਤ ਜਗਤ ਨੂੰ ਜੋ ਘਾਟਾ ਪਿਆ ਉਸ ਦੀ ਪੂਰਤੀ ਕਦੇ ਵੀ ਨਹੀਂ ਹੋ ਸਕੇਗੀ। ओके जी ਹੁਣ ਬਾਜੀ ਜਿਹੜਾ ਇੱਧਰ ਅੱਗੇ ਨਾ ਖੜੇ ਹੋ ਕੋਈ ਪਿੱਛੇ ਨਹੀਂ ਹੈਗਾ ਜੀ ਖਾਲੀ ਆ ਤੁਹਾਡੇ ਭਾਈ ਸਾਹਿਬ ਇੱਧਰ ਹੋ ਜਾਓ ਸਾਰੇ यार अगर आप लोग को ये बूट खोलना बूट ठीक है बूट के अंदर गंदा नहीं हो सकता है भैया के कहा पीछे खोल कर आगे रख रहे हैं पीछे सुनो सुनो की कहते हैं ये खड़ जाइए क्योंकि बूट का कोई ये नहीं है हर जगह चलते आए और जो नियत जो माने आता है कि हम लोग जनाजे के लिए आए हैं ये नियत हमारी हो गई ठीक है। कहाँ भी अगर कोई जुबान न कहना चाहता निकल कर सकता कि मैं नियत करता हूँ 4 तकबीर इसके अंदर 4 ही तकबीर है नमाज जनाजा फर्ज किफाया सना वास्ते अल्लाह ताला के जो सना पढ़ा जाएगा वो अल्लाह ताला दूध वास्ते के दुआ वास्ते इसमें अपने किबला की तरफ पीछे इस्लाम आप लोग इसमें है पीछे इस्लाम ये इमाम की नियत होगी। अल्लाह अकबर कह करके हाथ कान में तब तक पहली तकबीर अल्लाह अकबर कह दिया कहाँ तक हाथ उठा लिया उसके बाद जो है नियत बांधने के बाद सुब्हानक अल्लाहुम्मा व बिहम्दिका व तबारक अस्मुका व जल्ल सनाउका व ला इलाहा इल्ला अंत ये पढ़ लिया। उसके बाद फिर इमाम कहेगा अल्लाहु अकबर। ਸਰਦੂਲ ਸਿਕੰਦਰ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਨੇ ਸਿਕੰਦਰ ਦੇ ਵਿਛੋੜੇ ਨੂੰ ਇੱਕ ਯੁੱਗ ਦਾ ਅੰਤ ਦੱਸਿਆ। ਬੱਬੂ ਮਾਨ ਮੁਤਾਬਕ ਉਹਨਾਂ ਦੀ ਕੁਝ ਦਿਨ ਪਹਿਲਾਂ ਇੱਕ ਗੀਤ ਨੂੰ ਲੈ ਕੇ ਸਰਦੂਲ ਸਿਕੰਦਰ ਨਾਲ ਗੱਲ ਹੋਈ ਸੀ। ਸੋਚਿਆ ਨਹੀਂ ਸੀ ਕਿ ਉਹ ਇੰਨੀ ਜਲਦੀ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਜਾਣਗੇ। ਬੱਬੂ ਮਾਨ ਨੇ ਕਿਹਾ ਸਰਦੂਲ ਸਿਕੰਦਰ ਦੇ ਜਾਣ ਨਾਲ ਸੰਗੀਤ ਜਗਤ ਨੂੰ ਜੋ ਘਾਟਾ ਪਿਆ ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਯੁੱਗ ਹੈ ਇੱਕ ਜੀ ਬਹੁਤ ਵੱਡਾ ਘਾਟਾ। ਮੇਰੀ ਫੋਨ ਤੇ ਗੱਲ ਹੋਈ ਆ, ਗਾਣਾ ਬਣਾਇਆ ਸੀ ਉਹਨਾਂ ਦੇ ਇੱਕ ਜੀ, ਕਹਿੰਦੇ ਸੀ ਯਾਰ ਠੀਕ ਹੋ ਜਾਵੇ ਫਿਰ ਆਪਾਂ ਕਰਦੇ ਹਾਂ। ਇਹਦੇ ਉੱਤੇ ਕੁਛ ਹੈ ਹੀ ਨਹੀਂ ਸੰਗੀਤ 'ਚ ਇੰਤਹਾ ਮੈਨੂੰ ਔੜਦੀ ਨਹੀਂ ਕੋਈ ਮੈਂ ਤਾਂ ਬੋਲੇ ਹੋਣਾ ਕਹਿ ਨਹੀਂ ਸਕਦੇ ਕਿ ਸ਼ਬਦ ਹੀ ਮੁੱਕ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਸਰਦੂਲ ਸਿਕੰਦਰ ਦੇ ਪਰਿਵਾਰ ਨਾਲ ਦੁੱਖ ਜਤਾਉਣ ਲਈ ਪਹੁੰਚੇ। ਧਰਮਸੋਤ ਦਾ ਕਹਿਣਾ ਸੀ ਕਿ ਸੁਰਾਂ ਦੇ ਸਿਕੰਦਰ ਦੀ ਬੇਵਕਤੀ ਮੌਤ ਨਾਲ ਨਾ ਸਿਰਫ ਸੰਗੀਤ ਜਗਤ ਸਗੋਂ ਪੰਜਾਬ ਦੇ ਪੰਜਾਬੀਆਂ ਨੂੰ ਵੱਡਾ ਘਾਟਾ ਪਿਆ। ਧਰਮਸੋਤ ਨੇ ਕਿਹਾ ਕਿ ਉਹ ਫੋਰਟਿਸ ਹਸਪਤਾਲ 'ਚ ਸਰਦੂਲ ਸਿਕੰਦਰ ਨਾਲ ਮੁਲਾਕਾਤ ਕਰਨ ਗਏ ਸਨ ਪਰ ਉਹਨਾਂ ਦੀ ਤਬੀਅਤ ਬਹੁਤ ਖਰਾਬ ਸੀ ਅਤੇ ਉਹ ਇਸ਼ਾਰਿਆਂ ਨਾਲ ਗੱਲ ਕਰ ਰਹੇ ਸਨ। ਪੰਜਾਬੀ ਸੰਗੀਤ ਦੇ ਪ੍ਰੇਮੀ ਪੂਰੀ ਦੁਨੀਆ 'ਚ ਬੈਠੇ ਨੇ, ਸਾਰਿਆਂ ਨੂੰ ਲੋਸ ਹੋਇਆ ਇਸ ਗੱਲ ਦਾ। ਮੈਂ ਸਮਝਦਾ ਕਿ ਬਹੁਤ ਵੱਡਾ ਪਰਿਵਾਰ ਨੂੰ ਤਾਂ ਪਿਆ ਹੀ ਹੈ ਔਰ ਪੂਰੇ ਸੱਭਿਆਚਾਰਕ ਸਾਰੇ ਪੰਜਾਬ ਨੂੰ। ਤੁਸੀਂ ਫੋਰਟਿਸ 'ਚ ਮਿਲ ਕੇ ਆਏ ਸੀ, ਕੀ ਗੱਲਬਾਤ ਹੋਈ ਸੀ? ਕਿ ਇਸ਼ਾਰਿਆਂ ਨਾਲ ਹੀ ਗੱਲ ਹੋ ਰਹੀ ਸੀ। ਮੈਨੂੰ ਲੱਗਦਾ ਸੀ ਵੀ ਢਿੱਲੇ ਨੇ ਜਾ ਰਹੇ ਔਰ ਇਸ਼ਾਰਿਆਂ ਨਾਲ ਗੱਲ ਕਰਦੇ ਸੀ। ਠੀਕ ਆ, ਕਹਿੰਦਾ ਮੈਂ ਠੀਕ ਆ ਤੇ ਦੂਸਰੇ ਦਿਨ ਡੈਥ ਹੋ ਗਈ। ਬਹੁਤ ਵੱਡਾ ਲੋਸ ਹੈ, ਬਹੁਤ ਸਾਡੀ ਪੰਜਾਬ ਔਰ ਪੰਜਾਬੀਅਤ ਨੂੰ ਖਾਸ ਕਰਕੇ ਜਿਹੜੇ ਪੰਜਾਬੀ ਸੰਗੀਤ ਨੂੰ ਕਲਾਸੀਕਲ ਹੋਰ ਸਾਰਾ ਸਮਝਦੇ ਨੇ ਉਸ ਸੱਭਿਆਚਾਰ ਨੂੰ ਬਹੁਤ ਵੱਡਾ ਘਾਟਾ।
ਸਰਦੂਲ ਸਿਕੰਦਰ ਨੂੰ ਸਪੁਰਦੇ ਖਾਕ ਕਰਨ ਤੋਂ ਪਹਿਲਾਂ ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਮ੍ਰਿਤਕ ਦੇਹ ਨੂੰ ਘਰ 'ਚ ਰੱਖਿਆ ਗਿਆ ਸੀ, ਜਿੱਥੇ ਵੱਡੀ ਗਿਣਤੀ 'ਚ ਉਹਨਾਂ ਦੇ ਫੈਨਸ ਅਤੇ ਪੰਜਾਬੀ ਕਲਾਕਾਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਮੌਕੇ ਉਹਨਾਂ ਭਰੀਆਂ ਅੱਖਾਂ ਨਾਲ ਕਿਹਾ ਕਿ ਸੁਰਾਂ ਦਾ ਸਿਕੰਦਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ। ਸਰਦੂਲ ਸਿਕੰਦਰ ਦੇ ਦੇਹਾਂਤ ਨਾਲ ਸੰਗੀਤ ਦੇ ਇੱਕ ਯੁੱਗ ਦੀ ਸਮਾਪਤੀ ਹੋ ਗਈ। ਉਹਨਾਂ ਦੇ ਅਕਾਲ ਚਲਾਣੇ ਨਾਲ ਸੰਗੀਤ ਜਗਤ ਨੂੰ ਜੋ ਘਾਟਾ ਪਿਆ ਉਸ ਦੀ ਪੂਰਤੀ ਨਹੀਂ ਹੋ ਸਕਦੀ। ਭਾਜੀ ਦੇ ਸਰਦੂਲ ਭਾਜੀ ਦੇ ਤੁਰ ਜਾਣ ਦੀ ਸਾਰਿਆਂ ਨੂੰ ਬਸ ਘਾਟਾ ਹੀ ਘਾਟਾ ਸੀ, ਕਿਉਂਕਿ ਹਰ ਇੱਕ ਨੂੰ ਬਹੁਤ ਮੁਹੱਬਤ ਦਿੰਦੇ ਸੀ, ਮਾਣ ਦਿੰਦੇ ਸੀਗੇ। ਸੋ ਇਹ ਚੀਜ਼ਾਂ ਸਾਰੇ ਕਲਾਕਾਰਾਂ ਦੇ ਵਿੱਚ ਨਹੀਂ ਹੈਗੀਆਂ। ਇੱਕੋ ਇੱਕ ਸਰਦੂਲ ਸਿਕੰਦਰ ਹੋਇਆ ਸਾਡਾ ਭਰਾ ਵੱਡਾ, ਜਿਨ੍ਹਾਂ ਨੇ ਸਾਰੇ ਕਲਾਕਾਰਾਂ ਨੂੰ ਬਹੁਤ ਪਿਆਰ ਦਿੱਤਾ। ਸਾਰੇ ਲਈ ਚੰਗਾ ਹੀ ਉਹ ਸੋਚਦੇ ਸੀ, ਕਿਸੇ ਲਈ ਬੁਰਾ ਨਹੀਂ ਸੋਚਦੇ ਸੀ। ਹਰ ਇੱਕ ਛੋਟੇ ਵੱਡੇ ਆਰਟਿਸਟ ਨੂੰ ਉਹਨਾਂ ਨੇ ਜੱਫੀ 'ਚ ਲਿਆ, ਉਹਨਾਂ ਨੂੰ ਸਿਖਾਇਆ, ਉਹਨਾਂ ਨੂੰ ਅੱਛੇ ਲਫ਼ਜ਼ਾਂ ਦਾ ਇੱਕ ਸੁਮੇਲ ਦਿੱਤਾ। ਜੇ ਕਿਸੇ ਗਾਣੇ 'ਚ ਗਲਤੀ ਹੁੰਦੀ ਸੀ ਸਾਨੂੰ ਦੱਸ ਦਿੰਦੇ ਹੁੰਦੇ ਸੀ, ਬੇਟੇ ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਸੋ ਅੱਜ ਉਹਦੇ ਤੁਰ ਜਾਣ ਦੀ ਬਹੁਤ ਸਾਰੀ ਖਲਕਤ ਨੂੰ ਦੁੱਖ ਆ। ਭਾਜੀ ਕੋਈ ਲਫ਼ਜ਼ ਹੀ ਨਹੀਂ ਰਹੇ ਸਾਡੇ ਕੋਲ ਤਾਂ। ਸਾਡਾ ਇੰਸਟੀਚਿਊਟ ਸਾਡੇ ਕੋਲੋਂ ਮਿਸ ਹੋ ਗਿਆ, ਖੁੱਸ ਗਿਆ ਸਾਡੇ ਕੋਲੋਂ। ਐਡਾ ਨਿੱਘਾ, ਐਡਾ ਸੁਰੀਲਾ, ਐਡਾ ਸਵੀਟ ਇਨਸਾਨ ਕਿੱਥੇ ਮਿਲਣਾ ਸਾਨੂੰ, ਮਿਲ ਕੇ ਦੁਨੀਆ ਦੇ ਵਿੱਚ ਮੁੜ ਕੇ ਨਹੀਂ ਮਿਲਣਾ। ਜਦੋਂ ਇੱਥੋਂ ਕਿਤੇ ਲੰਘਣਾ ਉਹਨਾਂ ਨੇ ਮਾਣ ਨਾਲ ਕਹਿਣਾ, ਓਏ ਕਿੱਥੇ ਲੰਘ ਗਿਆ, ਕਿੱਥੇ ਚਲਾ ਗਿਆ, ਆਇਆ ਨਹੀਂ, ਇੱਥੋਂ ਲੰਘ ਕਿਵੇਂ ਗਿਆ। ਅੱਜ ਉਹ ਮਾਣ ਇੱਦਾਂ ਲੱਗ ਰਿਹਾ ਕਿ ਵੀ ਯਾਰ ਹੁਣ ਸਾਨੂੰ ਕੌਣ ਆਵਾਜ਼ਾਂ ਮਾਰੇਗਾ। ਮਾਂ ਬਾਪ ਦੀ ਥਾਂ ਖੜ੍ਹੇ ਸੀ। ਅੱਜ ਤੇ ਜਦੋਂ ਦੇ ਮੈਂ ਆਪਣੇ ਮਾਂ ਬਾਪ ਗਵਾਏ ਹੈ, ਮੈਂ ਤਾਂ ਹਰ ਕੰਮ ਹੀ ਇਹਨਾਂ ਨੂੰ ਪੁੱਛ ਕੇ ਕਰਦਾ ਸੀਗਾ। ਮੈਂ ਜੀ ਐਂ ਕਰਨ ਲੱਗਿਆ, ਦੱਸੋ ਮੈਂ ਕਿਵੇਂ ਕਰਾਂ। ਮਤਲਬ ਉਹਨਾਂ ਨੂੰ ਬਾਪ ਦੀ ਥਾਂ ਰੱਖਿਆ ਹੋਇਆ ਸੀ। ਉਹ ਸਾਡੇ ਰੂਹ ਦੇ ਵਿੱਚ ਵਸਦੇ ਨੇ, ਹਮੇਸ਼ਾ ਵਸਦੇ ਰਹਿਣਗੇ। ਉਹਨਾਂ ਨੂੰ ਹੀ ਸੁਣਿਆ ਹੈ ਅਤੇ ਉਹਨਾਂ ਨੂੰ ਹੀ ਗਾਇਆ ਹੈ। ਸਾਰੀ ਜ਼ਿੰਦਗੀ ਉਹਨਾਂ ਨੂੰ ਹੀ ਗਾਉਂਦੇ ਰਹਾਂਗੇ। ਉਹਨਾਂ ਦੇ ਗਾਣਾ ਸੁਣ ਕੇ ਰਿਆਜ਼ ਕਰਦੇ ਹਾਂ ਅਸੀਂ। ਪਰ ਅੱਜ ਬੜਾ ਸ਼ਿਕਵਾ ਹੈ ਅੱਲਾ ਦੇ ਨਾਲ, ਖੁਦਾ ਦੇ ਨਾਲ, ਕਿ ਇੰਨੀ ਛੋਟੀ ਉਮਰ ਨਹੀਂ ਸੀ ਦੇਣੀ ਚਾਹੀਦੀ ਉਹਨਾਂ ਨੂੰ। ਉਹ ਬੈਠੇ ਰਹਿੰਦੇ ਸਾਡੇ 'ਚ, ਸਾਡੇ ਬੈਠੇ ਰਹਿੰਦੇ, ਸਾਨੂੰ ਆਸ਼ੀਰਵਾਦ ਦਿੰਦੇ ਰਹਿੰਦੇ, ਸਾਡੇ ਨਾਲ ਪਿਆਰ ਕਰਦੇ। ਸਾਡੇ ਲਈ ਇੰਨਾ ਹੀ ਬੜਾ ਸੀਗਾ। ਨਾ ਪੂਰਾ ਹੋਣ ਵਾਲਾ ਘਾਟਾ ਸਾਰੀ ਇੰਡਸਟਰੀ ਲਈ। ਇੰਨੇ ਅੱਛੇ ਗਵਈਏ, ਇੰਨੇ ਅੱਛੇ ਇਨਸਾਨ, ਇੰਨੇ ਅੱਛੇ ਭਰਾ ਸਾਡੇ ਚਲੇ ਗਏ। ਹਮੇਸ਼ਾ ਜਦੋਂ ਇਹ ਇਸ ਘਰ 'ਚ ਆਉਂਦੇ ਸੀ, ਸਾਡੀਆਂ ਬਾਹਾਂ ਖੋਲ੍ਹ ਕੇ ਸਾਡਾ ਸਵਾਗਤ ਕਰਦੇ ਸੀ। ਕੋਈ ਵੀ ਉਹਨਾਂ ਦੇ ਘਰ ਆਉਂਦਾ ਸੀ ਤਾਂ ਬੜਾ ਪਿਆਰ ਸਤਿਕਾਰ ਦਿੰਦੇ ਸੀ। ਬੜਾ ਕੁਛ ਉਹਨਾਂ ਦੇ ਕੋਲੋਂ ਅਸੀਂ ਸਿੱਖਿਆ। ਮੇਰੀ ਆਵਾਜ਼ 'ਚ ਕਦੇ ਕਦੇ ਉਹਨਾਂ ਦੀ ਝਲਕ ਪੈਂਦੀ ਆ ਨਾ, ਕਿਉਂਕਿ ਮੈਂ ਉਹਨਾਂ ਨੂੰ ਸੁਣਦਾ ਬੜਾ ਸੀ, ਉਹਨਾਂ ਨੂੰ ਗਾਉਂਦਾ ਬੜਾ ਸੀਗਾ। ਅਤੇ ਹਰ ਇੱਕ ਮੈਨੂੰ ਕੋਈ ਵੀ ਜਿਹੜਾ ਸੁਣਦਾ ਕਹਿੰਦੇ ਯਾਰ ਤੇਰੀ ਆਵਾਜ਼ ਸਰਦੂਲ ਸਿਕੰਦਰ ਸਾਹਿਬ ਨਾਲ ਮਿਲਦੀ ਆ। ਅਤੇ ਮੈਂ ਕਹਿੰਦਾ ਹੁੰਦਾ ਸੀ ਯਾਰ ਮੈਂ ਭਾਗਾਂ ਵਾਲਾ ਕਿ ਜੇ ਮੇਰਾ ਮਾੜਾ ਜਿਹਾ ਵੀ ਕਣ ਕਿਤੇ ਉਹਨਾਂ ਵਰਗਾ, ਕਿਉਂਕਿ ਉਹਨਾਂ ਵਰਗੇ ਗਵਈਏ ਦੁਨੀਆ 'ਤੇ ਵਾਰ-ਵਾਰ ਪੈਦਾ ਨਹੀਂ ਹੁੰਦੇ। ਸਦੀਆਂ ਬਾਅਦ ਕੋਈ ਇੱਦਾਂ ਦਾ ਗਵਈਆ ਪੈਦਾ ਹੁੰਦਾ, ਪਰ ਉਹਨਾਂ ਵਰਗਾ ਗਵਈਆ ਕੋਈ ਨਹੀਂ ਸੀ। ਉਹਨਾਂ ਵਰਗਾ ਸੁਰੀਲਾ ਬੰਦਾ ਮੈਂ ਨਹੀਂ ਦੇਖਿਆ ਕੋਈ। ਇੰਨਾ ਸੁਰ ਦੇ ਵਿੱਚ ਭਿੱਜ ਕੇ ਗਾਉਣਾ, ਜਦੋਂ ਗਾਉਂਦੇ ਸੀ ਅਸੀਂ ਰੋ ਪੈਂਦੇ ਸੀ, ਸਾਡੇ ਅੱਥਰੂ ਨਿਕਲ ਜਾਂਦੇ ਹੁੰਦੇ ਸੀ। ਉਹਨਾਂ ਨੇ ਕਹਿਣਾ ਕਮਲਿਓ ਰੋਂਦੇ ਕਿਉਂ, ਸੁਣੋ ਤਾਂ ਸਹੀ। ਅਸੀਂ ਇੰਨੇ ਭਾਵੁਕ ਹੋ ਜਾਂਦੇ ਸੀ ਉਹਨਾਂ ਦੀ ਗਾਇਕੀ ਨੂੰ। ਸੋ ਅੱਜ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ, ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ। ਇਹੀ ਮਾਲਕ ਅੱਗੇ ਅਰਦਾਸ ਹੈ ਕਿ ਮਾਲਕ ਸਾਰਿਆਂ ਨੂੰ ਜਿਹੜਾ ਭਾਣਾ ਮੰਨਣ ਦਾ ਬਲ ਬਖਸ਼ੇ, ਉਹਨਾਂ ਦੀ ਰੂਹ ਨੂੰ ਸਕੂਨ ਦੇ, ਆਪਣੇ ਚਰਨਾਂ 'ਚ ਵਾਸ ਦੇ। ਤਰਨਤਾਰਨ ਦੀ ਦਾਣਾ ਮੰਡੀ 'ਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਹਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਨੌਜਵਾਨਾਂ, ਮਹਿਲਾਵਾਂ ਤੇ ਬਜ਼ੁਰਗਾਂ ਨੇ ਭਾਗ ਲਿਆ ਅਤੇ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਰੈਲੀ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਰਕਾਰ ਕਾਨੂੰਨ 'ਚ ਸੋਧ ਤੇ ਇਸ ਨੂੰ 1.5 ਸਾਲ ਤੱਕ ਟਾਲਣ ਲਈ ਤਿਆਰ ਹੈ, ਪਰ ਕਿਸਾਨ ਕਾਨੂੰਨ ਪੂਰੀ ਤਰ੍ਹਾਂ ਨਾਲ ਰੱਦ ਕਰਵਾ ਕੇ ਹੀ ਘਰਾਂ ਨੂੰ ਮੁੜਨਗੇ। ਉਹਨਾਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਤਰਨਤਾਰਨ ਦੀ ਦਾਣਾ ਮੰਡੀ ਵਿੱਚ ਮਹਾ ਰੈਲੀ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਤੇ ਨੌਜਵਾਨਾਂ ਨੇ ਭਾਗ ਲਿਆ। ਮਹਾ ਰੈਲੀ ਦੇ ਠਾਠਾ ਮਾਰਦੇ ਇਕੱਠ ਦੌਰਾਨ ਇਨਕਲਾਬੀ ਨਾਅਰਿਆਂ ਦੀ ਗੂੰਜ 'ਚ ਦਿੱਲੀ ਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ 3 ਖੇਤੀ ਕਾਨੂੰਨ ਰੱਦ ਕਰਵਾਉਣ, ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, गिरफ्तार किए किसान रिहा करवाउण ते दर्ज किए गए परचे खारिज करवाउण तक ये संघर्ष जारी रहेगा। कमेटी के सूबा जनरल सकत्तर सरवन सिंह पंधेर ने कहा कि सरकार
ਕਾਨੂੰਨਾਂ ਵਿੱਚ ਸੋਧ ਕਰਨ ਅਤੇ 1.5 ਸਾਲ ਤੱਕ ਕਾਨੂੰਨ ਨਾ ਲਾਗੂ ਕਰਨ ਲਈ ਤਿਆਰ ਹੋ ਗਈ ਹੈ। ਇਹ ਇਸ ਕਿਸਾਨ ਅੰਦੋਲਨ ਦੀ ਵੱਡੀ ਪ੍ਰਾਪਤੀ ਹੈ। ਜਲਦੀ ਹੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਵੀ ਮਜਬੂਰ ਹੋਣਾ ਪਵੇਗਾ। ਦੇਖੋ, ਸਰਕਾਰ ਤਾਂ ਪਹਿਲਾਂ ਕਹਿੰਦੇ ਸੀ ਸਾਡੇ ਖੇਤੀ ਦੇ ਕਾਨੂੰਨ ਠੀਕ ਆ, ਫਿਰ ਇਹਨਾਂ ਅੰਦੋਲਨਾਂ ਨੂੰ ਕਹਿਤਾ ਵੀ ਸਾਡੇ ਖੇਤੀ ਦੇ ਕਾਨੂੰਨਾਂ ਵਿੱਚ ਕੁਝ ਗੜਬੜਾਂ ਵਾ, ਮੰਨ ਗਏ। ਫਿਰ ਉਹ ਇਸ ਗੱਲ ਲਈ ਵੀ ਮੰਨ ਗਏ ਵੀ ਅਸੀਂ 1.5 ਸਾਲ ਲਈ ਵਾਪਸ ਲੈਣ ਨੂੰ ਤਿਆਰ ਆ। ਇਹ ਜਿੱਤਾਂ ਇਹ ਅੰਦੋਲਨ ਦਾ ਸਦਕਾ ਹੀ ਆ। ਜੇ ਇੱਥੋਂ ਤੱਕ ਅਸੀਂ ਮਨਾ ਲਿਆ ਤੇ ਉਹ ਦਿਨ ਦੂਰ ਨਹੀਂਗਾ ਵੀ ਇਹ ਲੋਕਾਂ ਦੇ ਹੜ ਰੂਪੀ ਇਕੱਠ ਔਰ ਲੋਕਾਂ ਦਾ ਸਿਰ ਇਰਾਦਾ ਤੇ ਦਿੱਲੀ ਮੋਰਚਾ ਇਹ ਕਾਨੂੰਨਾਂ ਨੂੰ ਰੱਦ ਵੀ ਕਰਾਊਗਾ। ਪੰਧੇਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਫੰਡ ਇਕੱਠਾ ਕਰਕੇ 30 ਦਿਨ ਲਈ ਦਿੱਲੀ ਮੋਰਚੇ 'ਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ 5 ਮਾਰਚ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਜੱਥਾ ਦਿੱਲੀ ਮੋਰਚੇ ਨੂੰ ਗੋਲਡਨ ਗੇਟ ਤੋਂ ਕੂਚ ਕਰੇਗਾ। ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਹਰ ਪਿੰਡ 'ਚੋਂ 20 ਮਾਰਚ ਨੂੰ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਲੱਖਾਂ ਕਿਸਾਨ ਸਰਕਾਰ ਦੇ ਹੰਕਾਰ ਨੂੰ ਤੋੜਨ ਲਈ ਦਿੱਲੀ ਵੱਲ ਨੂੰ ਰਵਾਨਾ ਹੋਣਗੇ। ਪੰਧੇਰ ਮੁਤਾਬਕ ਇਸ ਵੇਲੇ ਦਿੱਲੀ 'ਚ ਚੱਲ ਰਹੇ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਸਰਕਾਰ ਦੇ ਸਾਰੇ ਭਰਮ ਭੁਲੇਖੇ ਕੱਢੇ ਜਾ ਸਕਣ। ਦੇਖੋ, ਜ਼ਿਲ੍ਹੇ ਹੀ ਕਰ ਰਹੇ ਆਪਣੇ ਪੱਧਰ ਤੇ 7 ਮਾਰਚ ਨੂੰ ਜਲੰਧਰ ਜ਼ਿਲ੍ਹਾ ਸ਼ਾਹਕੋਟ ਵਿੱਚ ਆਪਣੀ ਰੈਲੀ ਕਰੂਗਾ, ਮਹਾ ਰੈਲੀ। ਕਪੂਰਥਲਾ ਜ਼ਿਲ੍ਹਾ 10 ਮਾਰਚ ਨੂੰ ਸੁਲਤਾਨਪੁਰ ਲੋਧੀ ਵਿੱਚ ਆਪਦੀ ਵੱਡੀ ਰੈਲੀ, 12 ਤੇ 13 ਨੂੰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਪਣੇ ਵੱਡੇ ਇਕੱਠ ਕਰੂ। ਦੇਖੋ, ਦਿੱਲੀ ਦੇ ਮੋਰਚੇ ਨੂੰ ਹੋਰ ਕਾਮਯਾਬ ਕਰਨਾ ਵਾ, ਸਰਕਾਰਾਂ ਦੀਆਂ ਚਾਲਾਂ ਨੂੰ ਕੁੱਟਣਾ ਵਾ, ਸਰਕਾਰ ਨੂੰ ਦੱਸਣਾ ਵੀ ਇਹ ਅੰਦੋਲਨ ਵਧ ਰਿਹਾ ਵਾ, ਘਟ ਨਹੀਂ ਆ। ਪੰਜਾਬ ਦੀ ਧਰਤੀ ਇਸ ਅੰਦੋਲਨ ਨੂੰ ਲੰਬਾ ਲੜਨ ਲਈ ਤਿਆਰ ਕਰਨੀ ਆ। ਹਰ ਹਰਬਾ ਸਰਕਾਰ ਦਾ ਫੇਲ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਕਰਨਾ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦਬਾਅ ਦੀ ਰਾਜਨੀਤੀ ਖੇਡ ਕੇ ਕਿਸਾਨੀ ਤੇ ਕਿਸਾਨ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਤੇ ਜ਼ਮੀਰਾਂ ਬਚਾਉਣ ਲਈ ਤਿੱਖੇ ਘੋਲਾਂ 'ਚ ਉਤਰਨਾ ਪਵੇਗਾ। ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਕਰ ਦਿੱਤਾ ਹੈ। ਅੱਜ ਕਿਸਾਨਾਂ ਨੇ ਅੰਮ੍ਰਿਤਸਰ ਦੇ ਪਾਸਪੋਰਟ ਦਫ਼ਤਰ ਪਹੁੰਚੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਜ਼ਬਰਦਸਤ ਵਿਰੋਧ ਕੀਤਾ। ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਸ਼ਵੇਤ ਮਲਿਕ ਦਾ ਡਰਾਈਵਰ ਗੱਡੀ ਨੂੰ ਭਜਾ ਕੇ ਲੈ ਗਿਆ। ਇਸ ਦੌਰਾਨ ਉਹਨਾਂ ਦੀ ਸੁਰੱਖਿਆ 'ਚ ਤੈਨਾਤ ਗੱਡੀਆਂ ਵੀ ਪਿੱਛੇ ਹੀ ਰਹਿ ਗਈਆਂ। ਕਿਸਾਨਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਭਾਜਪਾ ਆਗੂਆਂ ਦਾ ਇਸੇ ਤਰ੍ਹਾਂ ਨਾਲ ਵਿਰੋਧ ਜਾਰੀ ਰਹੇਗਾ। ਅੰਮ੍ਰਿਤਸਰ ਦੇ ਪਾਸਪੋਰਟ ਦਫ਼ਤਰ ਪਹੁੰਚੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ਵੇਤ ਮਲਿਕ ਦੇ ਪਾਸਪੋਰਟ ਦਫ਼ਤਰ ਆਉਣ ਦੀ ਭਿਣਕ ਮਿਲਣ ਤੋਂ ਬਾਅਦ ਜਦ ਕਿਸਾਨ ਮੌਕੇ ਤੇ ਪਹੁੰਚੇ ਤਾਂ ਮਲਿਕ ਆਪਣੀ ਗੱਡੀ 'ਚ ਬੈਠ ਚੁੱਕੇ ਸਨ। ਕਿਸਾਨਾਂ ਨੂੰ ਵੇਖਦਿਆਂ ਹੀ ਸ਼ਵੇਤ ਮਲਿਕ ਦੇ ਡਰਾਈਵਰ ਨੇ ਗੱਡੀ ਭਜਾ ਲਈ ਅਤੇ ਕਿਸਾਨ ਉਸ ਦੇ ਪਿੱਛੇ ਭੱਜੇ। ਕਿਸਾਨਾਂ ਦੇ ਵਿਰੋਧ ਕਾਰਨ ਸ਼ਵੇਤ ਮਲਿਕ ਦੀ ਸੁਰੱਖਿਆ 'ਚ ਤੈਨਾਤ ਗੱਡੀਆਂ ਵੀ ਪਿੱਛੇ ਰਹਿ ਗਈਆਂ। ਕਿਸਾਨਾਂ ਨੇ ਸ਼ਵੇਤ ਮਲਿਕ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਭਾਜਪਾ ਲੀਡਰਾਂ ਦਾ ਹਰ ਥਾਈਂ ਇਸੇ ਤਰ੍ਹਾਂ ਨਾਲ ਵਿਰੋਧ ਕੀਤਾ ਜਾਵੇਗਾ। ਸਾਨੂੰ ਜੀ ਅੱਜ ਪਤਾ ਲੱਗਾ ਸੀ ਵੀ ਸ਼ਵੇਤ ਮਲਿਕ ਜੀ ਪਾਸਪੋਰਟ ਦਫ਼ਤਰ ਉਦਘਾਟਨ ਕਰਨ ਆਏ ਆ ਤੇ ਅਸੀਂ ਉਹਨਾਂ ਦਾ ਸ਼ਾਂਤਮਈ ਵਿਰੋਧ ਕਰਨ ਆਏ ਆ। ਉਹ ਕਰਨ ਆਏ ਇਸ ਕਰਕੇ ਵੀ ਜਿਹੜੇ ਕਾਲੇ ਕਾਨੂੰਨ ਬੀਜੇਪੀ ਲੈ ਕੇ ਆਈ ਆ ਉਹ ਜਿੰਨਾ ਚਿਰ ਰੱਦ ਨਹੀਂ ਕਰਦੇ ਉਹਨਾਂ ਚਿਰ ਬੀਜੇਪੀ ਦਾ ਪੂਰੇ ਭਾਰਤ ਦੇ ਵਿੱਚ ਇਦਾਂ ਹੀ ਸ਼ਾਂਤਮਈ ਪੀਸਫੁਲੀ ਵਿਰੋਧ ਹੋਊਗਾ। ਸਾਡਾ ਇਰਾਦਾ ਸੀ ਵੀ ਗੱਡੀ ਤੇ ਗਾੜੀ ਹੋ ਕੇ 10 ਮਿੰਟ ਵਿਰੋਧ ਕਰੀਏ ਉਹਨਾਂ ਦਾ, ਆਪਣਾ ਉਹਨਾਂ ਨੂੰ ਗੱਲ ਦੱਸੀਏ ਵੀ ਜਿਹੜੇ ਤੁਸੀਂ ਕਾਨੂੰਨ ਲੈ ਕੇ ਆਏ ਹੋ ਸ਼ਵੇਤ ਮਲਿਕ ਜੀ, ਤੁਸੀਂ ਪੰਜਾਬ ਦੇ ਜਾਏ ਜੋ, ਪੰਜਾਬ ਦਾ ਖਾਂਦੇ ਪੰਜਾਬ ਦਾ ਪਹਿਨਦੇ ਜੋ, ਤੇ ਮੋਦੀ ਸਾਹਿਬ ਨੂੰ ਅਸੀਂ ਵੀ ਅਪੀਲ ਕਰ ਰਹੇ ਆ, ਤੁਸੀਂ ਵੀ ਅਪੀਲ ਕਰੋ। ਇਹ ਕਾਨੂੰਨ ਜਿਹੜੇ ਆ ਕਾਲੇ ਕਾਨੂੰਨ ਜਿਨ੍ਹਾਂ ਨਾਲ ਪੰਜਾਬ ਬਰਬਾਦ ਨਹੀਂ, ਪੂਰਾ ਭਾਰਤ ਬਰਬਾਦ ਹੋਏ ਨਾ, ਜਿਹੜਾ ਕਸਟਮਰ ਉਹ ਬਰਬਾਦ ਹੋਏ ਨਾ, ਜਿਹੜਾ ਦੁਕਾਨਦਾਰ ਉਹ ਬਰਬਾਦ ਹੋਏ ਨਾ, ਰੇੜੀ ਫੜੀ ਵਾਲਾ ਬਰਬਾਦ ਹੋਏ ਨਾ। ਇਸ ਕਰਕੇ ਸਾਡੀ ਅਪੀਲ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਜਿਹੜੇ ਕਾਨੂੰਨ ਪ੍ਰਧਾਨ ਮੰਤਰੀ ਸਾਹਿਬ ਲੈ ਕੇ ਆਏ, ਤੁਹਾਨੂੰ ਦੇਸ਼ ਨੇ ਪ੍ਰਧਾਨ ਮੰਤਰੀ ਬਣਾਇਆ ਆਪਣਾ ਸਵਾਰਨ ਵਾਸਤੇ, ਨਾ ਕਿ ਮੌਤ ਦੇ ਵਾਰੰਟਾਂ ਵਾਸਤੇ। ਇਸ ਕਰਕੇ ਸਾਡੇ ਜਿਹੜੇ ਕਾਨੂੰਨ ਪ੍ਰਧਾਨ ਮੰਤਰੀ ਸਾਹਿਬ ਰੱਦ ਕੀਤੇ ਜਾਣ। ਅਸੀਂ ਜਿੰਨੇ ਵੀ ਨਾਗਰਿਕ ਬੀਜੇਪੀ ਦੇ ਲੀਡਰ ਆਉਣਗੇ ਅਸੀਂ ਉਹਨਾਂ ਦਾ ਇਸੇ ਤਰ੍ਹਾਂ ਹੀ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਾਂਗੇ, ਨਾ ਕਿ ਕੋਈ ਸਾਡੀ ਇਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ, ਸਾਡੀ ਕੋਈ ਦੁਸ਼ਮਣੀ ਆ ਤੇ ਸਿਰਫ ਕਾਲੇ ਕਾਨੂੰਨ ਜਿੰਨਾ ਚਿਰ ਇਹ ਸਾਡੇ ਰੱਦ ਨਹੀਂ ਕਰਦੇ ਅਸੀਂ ਉਹਨਾਂ ਚਿਰ ਇਹਨਾਂ ਦਾ ਪੂਰਾ ਜ਼ੋਰ ਜਿੱਥੇ ਵੀ ਕਿਤੇ ਕਾਰਜਕ੍ਰਮ ਰੱਖਣਗੇ ਅਸੀਂ ਪੂਰਾ ਜ਼ੋਰ ਨਾਲ ਵਿਰੋਧ ਕਰਾਂਗੇ ਅਤੇ ਕਰਦੇ ਰਹਾਂਗੇ ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਕਰਦੇ।
6000 ਨਾਲ ਕੀ ਬਣਦਾ? 6000 ਨਾਲ ਤੇ ਤੁਹਾਡਾ ਨਾਲ ਦਾ ਪਾਣੀ ਦਾ ਬਿੱਲ ਵੀ ਨਹੀਂ ਦਿੱਤਾ ਜਾ ਸਕਦਾ, ਬਾਕੀ ਤੇ ਕਿਤੇ ਹੋਰ ਰਹਿ ਗਿਆ। ਜਿਹੜੀ ਚੀਜ਼ ਸਾਡੇ ਕੋਲ ਘਾਟੇ 'ਚ ਲੈ ਕੇ ਦੂਣੇ ਚੀਜ਼ ਤੇ ਵੇਚਦੇ ਨੇ, ਉਹ ਨਹੀਂ ਇਹਨਾਂ ਨੂੰ ਦੇਖਦਾ। ਸਾਨੂੰ 6000 ਰੁਪਇਆ ਦੇ ਕੇ ਇਹ ਸਾਨੂੰ ਭਿਖਾਰੀ ਬਣਾਉਣਾ ਚਾਹੁੰਦੇ ਨੇ। ਇਹ ਆਪਣੇ ਕਾਨੂੰਨ ਰੱਦ ਕਰਨ, ਸਾਨੂੰ ਇਹਨਾਂ ਦੇ 6000 ਦੀ ਕੋਈ ਜ਼ਰੂਰਤ ਨਹੀਂ। ਸਾਡੀ MSP ਜਿਹੜੀ ਆ ਉਹ ਕਾਨੂੰਨੀ ਤੌਰ ਤੇ ਲੀਗਲ ਨੋਟੀਫਿਕੇਸ਼ਨ ਕਰਨ ਉਹਦਾ, ਤੇ ਸਾਨੂੰ ਇਹਨਾਂ ਦੇ 6000 ਦੀ ਕੋਈ ਜ਼ਰੂਰਤ ਨਹੀਂ। ਇਹ ਆਪਣਾ 6000 ਵਾਪਸ ਲੈ ਲੈਣ ਸਾਡੇ ਕੋਲ। ਦੱਸ ਦਈਏ ਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਨੇ। ਕਿਸਾਨਾਂ ਨੂੰ ਸ਼ਿਕਾਇਤ ਹੈ ਕਿ ਭਾਜਪਾ ਦੇ ਪੰਜਾਬ ਨਾਲ ਸੰਬੰਧਿਤ ਲੀਡਰ ਵੀ ਉਹਨਾਂ ਦੀ ਗੱਲ ਸੁਣਨ ਦੀ ਥਾਂ ਆਪਣੀ ਸਰਕਾਰ ਦੀ ਹੀ ਹਾਂ 'ਚ ਹਾਂ ਮਿਲਾ ਰਹੇ ਨੇ। ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਨੂੰ ਪਿਛਲੇ ਦਿਨੀ ਹੋਈਆਂ ਲੋਕਲ ਬਾਡੀ ਚੋਣਾਂ ਵਿੱਚ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਿਸਾਨ ਆਗੂ ਰਾਕੇਸ਼ ਟਕੈਤ ਨੇ ਆਪਣੇ ਪੁਰਾਣੇ ਬਿਆਨ ਨੂੰ ਬਦਲਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀਆਂ ਫਸਲਾਂ ਨੂੰ ਨਸ਼ਟ ਨਾ ਕਰਨ, ਪਰ ਇਸ ਦੇ ਬਾਵਜੂਦ ਅੱਜ ਹਰਿਆਣਾ ਦੇ ਕੈਥਲ 'ਚ ਇੱਕ ਹੋਰ ਕਿਸਾਨ ਨੇ ਆਪਣੀ ਕਣਕ ਦੀ ਫਸਲ ਉੱਤੇ ਟਰੈਕਟਰ ਚਲਾ ਦਿੱਤਾ। ਇਸ ਕਿਸਾਨ ਨੇ ਸਿਰਫ ਆਪਣੇ ਘਰ ਦੀ ਗੁਜ਼ਾਰੇ ਜੋਗੀ ਫਸਲ ਰੱਖ ਕੇ ਬਾਕੀ ਫਸਲ ਵਾਹ ਦਿੱਤੀ। ਇਸ ਦੇ ਨਾਲ ਹੀ ਉਸ ਦੇ ਪਿੰਡ ਵਾਲਿਆਂ ਨੇ ਦੁੱਧ ਦਾ ਰੇਟ ਵੀ ਪੈਟਰੋਲ ਦੇ ਬਰਾਬਰ 100 ਰੁਪਏ ਕਿਲੋ ਕਰਨ ਦਾ ਐਲਾਨ ਕੀਤਾ। ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਹੁਣ ਖੇਤਾਂ 'ਚ ਖੜੀ ਫਸਲ ਉੱਤੇ ਵੀ ਟਰੈਕਟਰ ਚਲਾ ਰਹੇ ਨੇ। ਇਹ ਤਸਵੀਰਾਂ ਹਰਿਆਣਾ ਦੇ ਕੈਥਲ ਦੀਆਂ ਨੇ, ਜਿੱਥੇ ਦੇ ਪਿੰਡ ਕੈਲਰਮ ਦੇ ਰਹਿਣ ਵਾਲੇ ਕਿਸਾਨ ਵਰਿੰਦਰ ਕੁੰਡੂ ਨੇ ਆਪਣੇ ਹੱਥੀਂ ਆਪਣੀ ਕਣਕ ਦੀ ਫਸਲ ਨਸ਼ਟ ਕਰ ਦਿੱਤੀ। ਵਰਿੰਦਰ ਕੋਲ 2 ਏਕੜ ਦੇ ਕਰੀਬ ਜ਼ਮੀਨ ਹੈ। ਇਸ ਵਿੱਚੋਂ ਉਸਨੇ 1.5 ਏਕੜ ਉੱਤੇ ਟਰੈਕਟਰ ਚਲਾ ਦਿੱਤਾ ਅਤੇ ਆਪਣੇ ਘਰ ਦੇ ਗੁਜ਼ਾਰੇ ਲਈ ਅੱਧੇ ਏਕੜ ਦੀ ਕਣਕ ਰੱਖ ਲਈ। ਵਰਿੰਦਰ ਮੁਤਾਬਕ 3 ਨਵੇਂ ਖੇਤੀ ਕਾਨੂੰਨ ਕਿਸਾਨਾਂ ਲਈ ਤਬਾਹੀ ਦਾ ਫਰਮਾਨ ਹੈ। ਇਹਨਾਂ ਦਾ ਵਿਰੋਧ ਜਤਾਉਣ ਲਈ ਹੀ ਉਸਨੇ ਇਹ ਤਰੀਕਾ ਅਪਣਾਇਆ। वो वादी भाई 3 काले कानून आ रहे हैं, वापस नहीं ले रही सरकार। टकैत जी ने कह दिया हम खड़ी फसल में आग लगा देंगे, और टकैत जी ने दोबारा बोल दिया कि मेरे हटा दिया। आधा किला रखा मैंने, मेरे पास 2 किले हैं, मैंने 1.5 किला बहा दिया। 2 किले यानी 1.5 किला क्यों? 1.5 किला आधा किला इसलिए रखे कि मेरा अगर परिवार खाने वाला जो कि कणक हो जाए, बेचने का कोई भंडारण नहीं किया जाएगा। आपने रोष प्रकट किया है? हाँ, सरकार के प्रति रोष प्रकट किया। हाँ जी, आधा किला सिर्फ इसलिए कि खाने के लिए? आधा किला खाने के लिए करके। टकैत जी ने कहा था, लेकिन ये इतनी गेहूँ का कहाँ क्या करेंगे? ये फ्री में थोड़ी दी जाएगी। इससे अच्छा तो हम बाई कर लें, हमारे खेतों में खाद लग जाएगा। जब MSP रेट मिल जाएगा तो हमारी अगली फसल ज़्यादा से ज़्यादा निकलेगी, इसका खाद भी लगेगा। इसका रोष भी प्रकट हो गया, इसलिए हमने इसको बाया है। ਇਸ ਦੇ ਨਾਲ ਹੀ ਵਰਿੰਦਰ ਦੇ ਪਿੰਡ ਦੇ ਲੋਕਾਂ ਨੇ ਫੈਸਲਾ ਲਿਆ ਕਿ ਉਹ ਦੁੱਧ ਨੂੰ ਪੈਟਰੋਲ ਦੇ ਭਾਅ ਯਾਨੀ ਕਿ 100 ਰੁਪਏ ਕਿਲੋ ਵੇਚਣਗੇ। ਉਹਨਾਂ ਕਿਹਾ ਕਿ ਸਰਕਾਰ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਰਹੀ ਹੈ, ਇਸ ਲਈ ਮਜਬੂਰਨ ਸਾਨੂੰ ਵੀ ਦੁੱਧ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ। ਉਹਨਾਂ ਮੁਤਾਬਕ ਪਿੰਡ ਦੇ ਲੋਕਾਂ ਨੂੰ ਦੁੱਧ 45 ਤੋਂ 50 ਰੁਪਏ ਕਿਲੋ ਹੀ ਮਿਲੇਗਾ, ਪਰ ਸ਼ਹਿਰ ਦੇ ਲੋਕਾਂ ਤੇ ਡੇਅਰੀਆਂ ਨੂੰ ਉਹ 100 ਰੁਪਏ ਕਿਲੋ ਤੋਂ ਘੱਟ ਨਹੀਂ ਵੇਚਣਗੇ। क्योंकि मामा ने तेल तो मिले इस बार है 100 रुपये लीटर जान हमें करा खेती, और ई हमारा दूध जावा यू 40-45। हमें तो कोई नहीं देंगे भाई, जमींदारा तो लेगा जो देंगे 40-45 या 50 कर देंगे, नहीं हम तो 100 रुपये लीटर देंगे। के बेरा उनती शहर वाले जो से दूध पीवा उनती भाई गोबर पानी भाई घास मुट्ठी चारा के गिरना है, खड़ बिंदोड़ा का रेट देख। तो अब दूध भी तेल के? हाँ, मैं तो दूध भी तेल का रेट देंगे। फिर दूध भी बढ़ना चाहिए हमारा भी। डीजल पेट्रोल कितने महंगे रेट हो गए, खड़ की बोरी 1600 रुपये की हो रही है, हमारे कपास के दाम मिल नहीं रहे, बुनेवाड़ा में लेना पड़ता बहुत महंगा रेट में, और क्या करें हम? तो आपने क्या सोचा फिर? हम भी दूध बढ़ाएंगे, पेट्रोल की तरह उसका भी रेट बढ़ाएंगे? हाँ, उसकी तरह बढ़ाएंगे, जैसे सरकार चल रही है हम भी वैसे चलेंगे। ਦੱਸ ਦਈਏ ਕਿ ਕਿਸਾਨ ਆਗੂ ਰਾਕੇਸ਼ ਟਕੈਤ ਨੇ ਖੇਤੀ ਕਾਨੂੰਨ ਨਾ ਰੱਦ ਕੀਤੇ ਜਾਣ ਉਤੇ ਕਿਸਾਨਾਂ ਨੂੰ ਆਪਣੇ ਗੁਜ਼ਾਰੇ ਜੋਗੀ ਫਸਲ ਰੱਖ ਕੇ ਬਾਕੀ ਨਸ਼ਟ ਕਰਨ ਦੀ ਅਪੀਲ ਕੀਤੀ ਸੀ, ਪਰ ਬਾਅਦ ਵਿੱਚ ਉਹਨਾਂ ਨੇ ਆਪਣਾ ਬਿਆਨ ਬਦਲਦਿਆਂ ਕਿਹਾ ਸੀ ਕਿ ਕਿਸਾਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਪਰ ਅਜੇ ਵੀ ਕੁਝ ਕਿਸਾਨ ਆਪਣੇ ਹੱਥੀਂ ਆਪਣੀ ਫਸਲ ਨੂੰ ਬਰਬਾਦ ਕਰ ਰਹੇ ਨੇ। ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਅੱਜ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਆਮੋ ਸਾਹਮਣੇ ਹੋ ਗਏ। ਅਦਾਲਤ 'ਚ ਅੱਜ ਦੋਵਾਂ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਲਈ ਬੁਲਾਇਆ ਗਿਆ ਸੀ। ਵਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਸੰਜੇ ਸਿੰਘ ਹੁਣ ਭੱਜਣਾ ਚਾਹੁੰਦੇ ਹਨ, ਪਰ ਉਹਨਾਂ ਦਾ ਜੇਲ੍ਹ ਜਾਣਾ ਤੈਅ ਹੈ। ਦੂਜੇ ਪਾਸੇ ਸੰਜੇ ਸਿੰਘ ਨੇ ਕਿਹਾ ਕਿ ਜੇਲ੍ਹ ਭੇਜਣ ਦਾ ਫੈਸਲਾ ਅਦਾਲਤ ਨੇ ਕਰਨਾ ਹੁੰਦਾ ਹੈ ਅਤੇ ਮਜੀਠੀਆ ਕੋਈ ਅਦਾਲਤ ਨਹੀਂ। ਇਸ ਮਾਮਲੇ ਦੀ ਅਗਲੀ ਸੁਣਵਾਈ 4 ਮਾਰਚ ਨੂੰ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅੱਜ ਲੁਧਿਆਣਾ ਦੀ ਜ਼ਿਲ੍ਹਾ ਸੈਸ਼ਨ ਕੋਰਟ ਵਿੱਚ ਪੇਸ਼ ਹੋਏ। ਬਿਕਰਮ ਮਜੀਠੀਆ ਵੱਲੋਂ ਕਰੀਬ 4 ਸਾਲ ਪਹਿਲਾਂ ਕੀਤੇ ਮਾਨਹਾਨੀ ਦੇ ਮੁਕੱਦਮੇ ਵਿੱਚ ਅੱਜ ਦੋਵਾਂ ਆਗੂਆਂ ਨੇ ਪੇਸ਼ ਹੋਣਾ ਸੀ। ਅੱਜ ਦੋਵਾਂ ਆਗੂਆਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਕੀਤੀ ਜਾਣੀ ਸੀ। ਇਸ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਵਿੱਚ ਲਗਭਗ ਅੱਧਾ ਘੰਟਾ ਬਹਿਸ ਹੋਈ। ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 4 ਮਾਰਚ ਪਾ ਦਿੱਤੀ ਹੈ। ਅਦਾਲਤ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਸੰਜੇ ਸਿੰਘ ਵਾਰ-ਵਾਰ ਸਜ਼ਾ ਤੋਂ ਬਚਣ ਦੇ ਬਹਾਨੇ ਕੱਢ ਰਿਹਾ ਹੈ, ਪਰ ਉਸ ਦਾ ਜੇਲ੍ਹ ਜਾਣਾ ਤੈਅ ਹੈ ਕਿਉਂਕਿ ਜਿੱਤ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਹੈ। ਮਜੀਠੀਆ ਨੇ ਕਿਹਾ ਕਿ ਜਦ ਕੇਜਰੀਵਾਲ ਮਾਨਹਾਨੀ ਮਾਮਲੇ 'ਚ ਉਹਨਾਂ ਤੋਂ ਮਾਫੀ ਮੰਗ ਚੁੱਕਾ ਹੈ ਤਾਂ ਸੰਜੇ ਸਿੰਘ ਕੀ ਚੀਜ਼ ਹੈ। ਉਹਨਾਂ ਮੁਤਾਬਕ ਸੰਜੇ ਸਿੰਘ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ। ਦੇਖੋ ਇਹਨਾਂ ਦਾ ਸਮਾਂ ਸੀ ਕ੍ਰਾਸ ਕੁਐਸਚਨਿੰਗ ਦਾ, ਅੱਜ ਫੇਰ ਕਹਿੰਦੇ ਸੀ ਹਾਈ ਕੋਰਟ ਜਾਣਾ। ਭਰਾਵਾ ਤੁਹਾਡੀ ਜਿਹੜੀ ਔਰ ਕੋਰਟ ਨੇ ਜੱਜ ਸਾਹਿਬ ਨੇ ਕਿੰਨੇ ਮੌਕੇ ਦੇਣ ਤੋਂ ਬਾਅਦ ਵੀ ਤੁਹਾਡੇ ਕੋਲ ਜੋ ਹੈ ਤੁਸੀਂ ਕਨਫਰੰਟ ਕਰੋ। ਭੱਜ ਗਏ ਫੇਰ ਅੱਜ ਫੇਰ ਭੱਜ ਗਏ ਨਿਲ। ਇਹਨਾਂ ਨੇ ਕਿਹਾ ਸੀ ਸਾਨੂੰ ਹਾਈ ਕੋਰਟ ਜਾਣਾ ਹੈ, ਉਹ ਵਕੀਲ ਸਾਹਿਬ ਟੈਕਨੀਕਲ ਟਰਮਸ 'ਚ ਤੁਹਾਨੂੰ ਦੱਸ ਦਿੰਦੇ ਆ। ਮੇਰਾ ਕਹਿਣ ਦਾ ਭਾਵ ਹੈ ਕੇਜਰੀਵਾਲ ਨੂੰ ਪਰਦੇ ਪਾਤਾ ਹੋਣਾ ਪੈਣਾ, ਪੁੱਠਾ ਮਾਫੀ ਮੰਗਣੀ ਪਈ, ਇਹਨਾਂ ਦੇ ਸੱਜਣ ਨੂੰ ਮੰਗਣੀ ਪਈ। ਅੱਜ ਮੈਂ ਤੁਹਾਨੂੰ ਦੱਸਦਾ ਸੱਚੇ ਪਾਤਸ਼ਾਹ ਤੋਂ ਡਰ ਕੇ, ਗੁਰੂ 'ਚ ਵਿਸ਼ਵਾਸ ਰੱਖਦੇ ਆ ਗੱਲ ਕਹਿਣਾ, ਡਰ ਕੇ ਕਹਿਣਾ ਕਿ ਜਿੱਤ ਸੱਚਾਈ ਦੀ ਹੋਊਗੀ। ਇਹ ਅੰਦਰ ਜਾਊਗਾ, ਇਹ ਬਚ ਨਹੀਂ ਸਕਦਾ ਜੇ ਗਲਤ ਗੱਲਾਂ ਕਰੂਗਾ। ਕਿਸੇ ਦੇ ਖਿਲਾਫ, ਕਿਸੇ ਦੀ ਇੱਜ਼ਤ ਦੇ ਖਿਲਾਫ ਡੈਫੇਮੇਟਰੀ ਡੈਰੋਗੇਟਰੀ ਗੱਲਾਂ ਕਰਨੀਆਂ, ਔਰ ਫਿਰ ਜੇ ਤੁਹਾਡੀ ਲੱਤਾਂ 'ਚ ਜਾਨ ਹੈ, ਹਿੰਮਤ ਹੈ, ਅੰਦਰ ਆ ਕੇ ਵੀ ਕਰੋ ਨਾ। ਬਾਹਰ ਤੁਹਾਡੇ ਸਾਹਮਣੇ ਕਰਨੀ ਦਾ ਕੋਈ ਮਤਲਬ ਨਹੀਂ, ਅੰਦਰ ਆ ਕੇ ਭੱਜ ਜਾਂਦੇ। ਦੂਜੇ ਪਾਸੇ ਸੰਜੇ ਸਿੰਘ ਦਾ ਕਹਿਣਾ ਸੀ ਕਿ ਬਿਕਰਮ ਮਜੀਠੀਆ ਕੋਈ ਜੱਜ ਨਹੀਂ ਹੈ ਜੋ ਉਹਨਾਂ ਨੂੰ ਜੇਲ੍ਹ ਭੇਜੇਗਾ। ਸੰਜੇ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਉੱਤੇ ਪੂਰਾ ਭਰੋਸਾ ਹੈ। ਇਸ ਮਾਮਲੇ 'ਚ ਜੋ ਫੈਸਲਾ ਅਦਾਲਤ ਵੱਲੋਂ ਕੀਤਾ ਜਾਵੇਗਾ ਉਹਨਾਂ ਨੂੰ ਉਹ ਮਨਜ਼ੂਰ ਹੋਵੇਗਾ। देखिए, मैं ये कहना चाहता हूँ कि बिक्रम मजीठिया कोई अदालत नहीं है। वो अपने आप को न्यायालय समझ रहे हैं क्या? ये इस न्यायालय का अपमान है जहाँ पे मुकदमा चल रहा है। अगर वो मुझे कह रहे हैं कि वो मुझे जेल भेजेंगे, जेल भेजने, रिहा करने और इस केस में जीत होगी कि हार होगी ये न्यायालय तय करेगा, ये बिक्रम मजीठिया थोड़ी तय करेंगे। ਦੱਸ ਦਈਏ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਨੇ ਬਿਕਰਮ ਮਜੀਠੀਆ ਨੂੰ ਚਿੱਟੇ ਦਾ ਤਸਕਰ ਕਿਹਾ ਸੀ, ਜਿਸ ਉੱਤੇ ਮਜੀਠੀਆ ਨੇ ਦੋਵਾਂ ਖਿਲਾਫ ਮਾਨਹਾਨੀ ਦਾ ਕੇਸ ਕੀਤਾ ਸੀ। ਇਸ ਕੇਸ ਵਿੱਚ ਕੇਜਰੀਵਾਲ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਨੇ, ਜਦਕਿ ਸੰਜੇ ਸਿੰਘ ਖਿਲਾਫ ਅਦਾਲਤੀ ਲੜਾਈ ਜਾਰੀ ਹੈ। ਬੰਗਾ ਦੇ ਪਿੰਡ ਮਜਾਰੀ ਵਿਖੇ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬਾਈਕ ਸਵਾਰ 2 ਅਣਪਛਾਤੇ ਹਮਲਾਵਰਾਂ ਨੇ ਅਜੇ ਵਰਮਾ ਨਾਮ ਦੇ ਵਿਅਕਤੀ ਦੇ 5 ਫਾਇਰ ਕੀਤੇ। ਇਸ ਵਾਰਦਾਤ 'ਚ ਅਜੇ ਵਰਮਾ ਤਾਂ ਵਾਲ-ਵਾਲ ਬਚ ਗਿਆ, ਪਰ ਉਸ ਦੇ ਕੋਲ ਖੜੇ ਦੇਸ਼ ਰਾਜ ਦੀ ਛਾਤੀ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਉੱਥੇ ਹੀ ਪੁਲਿਸ ਨੇ ਪਰਚਾ ਦਰਜ ਕਰਨ ਉਪਰੰਤ ਜਾਂਚ ਆਰੰਭ ਦਿੱਤੀ ਹੈ। ਇੱਕ ਅਜੇ ਕੁਮਾਰ ਦਾ ਲੜਕਾ ਹੈਗਾ, ਉਹਦੀ ਉਮਰ ਹੈਗੀ 23 ਸਾਲ। ਇਹ ਤੇ ਇਹਦਾ ਇੱਕ ਫਰੈਂਡ, ਇਹ ਦੋਨੋਂ ਜਣੇ ਕੋਈ 7:15 ਵਜੇ ਮਜਾਰੀ ਅੱਡੇ ਤੇ ਸੀਗੇ। ਪਿੱਛੋਂ ਕੋਈ ਮੋਟਰਸਾਈਕਲ ਤੇ ਆਇਆ ਜਿਹਨੇ ਆ ਕੇ ਇਹਨਾਂ ਦੇ ਫਾਇਰਿੰਗ ਕੀਤੀ ਆ, ਤੇ ਫਾਇਰਿੰਗ ਤੋਂ ਬਾਅਦ ਇਹ ਉੱਥੋਂ ਭੱਜ ਲਏ ਮੌਕੇ ਤੋਂ। ਉੱਥੇ ਕਾਮ ਰਾਹੀ ਬੰਦਾ ਬੈਠਾ ਸੀ ਤੇ ਦੇਸ਼ਰਾਜ ਤੇ ਗੋਲੀ ਲੱਗ ਗਈ, ਉਹਦੀ ਮੌਕੇ ਤੇ ਡੈਥ ਹੋ ਗਈ ਹੈ। ਬਾਅਦ 'ਚੋਂ ਇਸ ਨੇ ਦੱਸਿਆ ਕਿ ਉਹ ਜਿਹੜਾ ਫਾਇਰਿੰਗ ਕਰਨ ਵਾਲਾ ਬੰਦਾ ਉਹ ਕਰਮਜੀਤ ਜੱਸੀ ਹੈਗਾ, ਉਹਦਾ ਪਿੰਡ ਪੈਂਦਾ ਪਾਲਾ, ਥਾਣਾ ਫਲੌਰ। ਇਹਨਾਂ ਦੀ ਕਹਿੰਦਾ ਕੋਈ ਪੁਰਾਣੀ ਰੰਜਿਸ਼ ਚੱਲਦੀ ਹੈ ਇੱਕ ਦੂਜੇ ਨਾਲ, ਕਾਫੀ ਪੁਰਾਣੀ। ਅਤੇ ਉਹਦੇ ਸੰਬੰਧ ਵਿੱਚ ਅਸੀਂ FIR ਦਰਜ ਕਰ ਲਈ ਹੈ 302 307 ਦੀ। ਇਨਵੈਸਟੀਗੇਸ਼ਨ ਜਾਰੀ ਹੈ, ਔਰ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਜਿਹੜੀ ਕੋਈ ਗੱਲ ਹੈਗੀ। ਜਲਾਲਾਬਾਦ ਦੇ ਇੱਕ ਪੁਲਿਸ ਮੁਲਾਜ਼ਮ ਤੇ ਇੱਕ ਪਰਿਵਾਰ ਨੂੰ ਧੱਕੇ ਨਾਲ ਉਹਨਾਂ ਦੇ ਘਰੋਂ ਬਾਹਰ ਕੱਢਣ ਦੇ ਆਰੋਪ ਲੱਗੇ ਨੇ। ਪਿੰਡ ਚੱਕ ਜਨੀਸਰ ਦੇ ਰਹਿਣ ਵਾਲੇ ਸੁਖਦੀਪ ਸਿੰਘ ਦਾ ਇਲਜ਼ਾਮ ਹੈ ਕਿ ASI ਮਲਕੀਤ ਸਿੰਘ ਨੇ ਉਹਨਾਂ ਦਾ ਸਮਾਨ ਘਰੋਂ ਬਾਹਰ ਸੁੱਟ ਦਿੱਤਾ। ਇਸ ਧੱਕੇਸ਼ਾਹੀ ਕਾਰਨ ਉਸ ਦੀ ਪਤਨੀ ਨੇ ਜ਼ਹਿਰੀਲੀ ਦਵਾਈ ਪੀ ਲਈ ਅਤੇ ਇਸ ਵੇਲੇ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਸੁਖਦੀਪ ਨੇ ASI ਤੇ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਪੁਲਿਸ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਸੁਖਦੀਪ ਨੇ ਆਪਣੇ ਰਿਸ਼ਤੇਦਾਰ ਦੇ ਮਕਾਨ ਤੇ ਕਬਜ਼ਾ ਕੀਤਾ ਹੈ। ਰਿਸ਼ਤੇਦਾਰ ਦੀ ਸ਼ਿਕਾਇਤ ਮਗਰੋਂ ਬਿਆਨ ਲੈਣ ਲਈ ASI ਮੌਕੇ ਤੇ ਗਿਆ ਸੀ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਰ 22 ਤਰੀਕ ਨੂੰ ਦੁਪਹਿਰ ਦੇ 12 ਵਜੇ ਸੀਗੇ। ਪੁਲਿਸ ਦੀ ਗੱਡੀ ਆਈ ਤੇ ASI ਨੇ ਸਾਡੇ ਨਾਲ ਬਹੁਤ ਹੀ ਜ਼ਿਆਦਾ ਧੱਕਾ ਕੀਤਾ। ਬਾਹਰ ਖੋਲ੍ਹਣ ਸਾਰ ਹੀ ਸਾਨੂੰ ਕੁੱਟਣ ਲੱਗ ਗਿਆ। ਉਹ ਸਾਡੀ ਕੋਈ ਵੀ ਗਲਤੀ ਹੈ ਨਹੀਂ ਸੀਗੀ। ਸਾਨੂੰ ਕਹਿੰਦਾ ਘਰੋਂ ਨਿਕਲੋ। ਅਸੀਂ ਕਿਹਾ ਜੀ ਸਾਡਾ ਘਰ, ਅਸੀਂ ਆਪਦੇ ਘਰੋਂ ਕਿਵੇਂ ਨਿਕਲ ਗਏ? ਕਹਿੰਦਾ ਮੈਨੂੰ ਕੱਢਣੇ ਆਉਂਦੇ ਆ। ਕਹਿੰਦਾ ਲਾਲ ਲਕੀਰ ਦੇ ਵਿੱਚ ਹੀ ਪੁਲਿਸ ਧੱਕੇ ਨਾਲ ਖਾਲੀ ਕਰਾ ਵੀ ਨਹੀਂ ਸਕਦੀ। ਇਹਨਾਂ ਕੋਲ ਕਾਨੂੰਨ ਹੀ ਹੈ ਨਹੀਂ ਵੀ ਧੱਕੇ ਨਾਲ ਖਾਲੀ ਕਰਾ ਸਕਦੇ ਨੇ। ਹੁਣ ਸਾਡੇ ਘਰੇ ਦੇਖ ਲਓ ਜੀ, ਮੌਤ ਦਾ ਪ੍ਰਸਾਰਨ ਪਏ ਨੇ। ਉਹ ਮੇਰੇ ਘਰ ਦੀ ਮਰਨ ਕਿਨਾਰੇ ਆ। ਸੀਰੀਅਸ ਆ, ਅੱਜ ਦੇ ਦਿਨ ਕੱਢ ਜੇ ਜਾਂ ਕੱਲ੍ਹ ਦਾ ਦਿਨ ਕੱਢ ਜੇ। ਉਹ ਜਦੋਂ ਕਹਿਣ ਲੱਗੇ ਵੀ ਅਸੀਂ ਬੇਘਰ ਹੋ ਗਏ, ਸਾਨੂੰ ਤਾਂ ਮਰਨਾ ਚੰਗਾ, ਮੇਰੇ ਘਰ ਦੀ ਬੋਲੀ ਤਾਂ। ਤੇ ਇਹ ਅਸੀਂ ਕਹਿੰਦਾ ਪੀਲਾ ਤੇਰੇ ਰੰਗਾਂ ਨਾਲ ਕਿਹੜਾ ਦੇਸ਼ ਸੁਣਨਾ ਹੁੰਦਾ। ਤੇ ਫਿਰ ਉਹਦੇ ਪੀਂਦੇ ਪੀਂਦੇ ਮੈਂ ਹਜੇ ਹੱਥ 'ਚ ਖੋਲੀ, ਥੋੜ੍ਹੀ ਜਿਹੀ ਰਹਿ ਗਈ ਸੀ ਵਿੱਚ, ਬਾਕੀ ਸਾਰੀ ਪੀ ਗਈ ਸੀਗੀ। ਉਹ ਇਸ ਦਾ ਸਾਰਾ ਜ਼ਿੰਮੇਵਾਰ ASI ਆ ਤੇ ਨਾਲ ਉਹਨਾਂ ਦੇ ਜਿਹੜੇ ASI ਦੇ ਨਾਲ ਮਲਕੀਤ ਸਿੰਘ ਆ ਤੇ ਇਸ ਦੇ ਨਾਲ ਰਾਜਮਾਨ ਭੋਲਾਮਾਨ ਤੇ ਸੁੱਖੀ ਬਾਬੇਕਾ ਤੇ ਇੱਕ ਦੋ ਜਣੇ ਹੋਰ ਅਣਪਛਾਤੇ, ਜਦੋਂ ਪਤਾ ਨਹੀਂ ਲੱਗਿਆ ਵੀ ਸਾਨੂੰ ਖਿੱਚ ਤੂੰ ਸਾਡੇ ਨਾਲ ਬਹੁਤ ਜ਼ਿਆਦਾ ਹੋਈ ਆ। ਸਾਡੀ ਮੰਗ ਇਹ ਸਰ ਇਨਸਾਫ ਦਿੱਤਾ ਜਾਵੇ। ਐਕਚੁਅਲ ਚੱਕ ਜਾਨੀ ਸਰ ਦੇ ਨਾਹਰ ਸਿੰਘ ਹੈਗਾ ਬਜ਼ੁਰਗ, ਉਹਦਾ ਭਤੀਜਾ ਹੈਗਾ ਸੁਖਜੀਤ ਏਲੀਅਸ ਕਾਲਾ। ਇਹ ਪਹਿਲਾਂ ਬੈਂਕ ਡਕੈਤੀ ਤੇ ਇੱਕ ਦੋ ਹੋਰ ਡਕੈਤੀਆਂ 'ਚ ਵੀ ਇਨਵੋਲਵ ਰਿਹਾ ਹੈ। ਉਹ ਅੱਜ ਤੋਂ ਕਰੀਬ 6 ਸਾਲ ਪਹਿਲਾਂ ਆਪਣੇ ਗਵਾਂਢੀਆਂ ਦੀ ਅਮਨਦੀਪ ਸਿੰਘ ਸੀਗਾ ਕੋਈ, ਉਹਦੀ ਵਾਈਫ ਸੀਗੀ ਜਿਹੜੀ ਮਨਪ੍ਰੀਤ ਕੌਰ ਹੈ, ਅੱਜ ਕੱਲ੍ਹ 6 ਸਾਲ ਤੋਂ ਇਹਦੇ ਨਾਲ ਰਹਿ ਰਹੀ ਹੈ। ਉਹਦੇ ਪਹਿਲਾਂ ਵੀ ਇੱਕ ਜਿਹੜਾ ਬੇਟਾ ਸੀਗਾ, ਉਹ ਅਮਨਦੀਪ ਪਹਿਲੇ ਜਿਹੜੇ ਘਰ ਵਾਲੇ ਕੋਲ ਹੀ ਹੈ, ਉਹ ਇਹ ਭਜਾ ਕੇ ਲੈ ਗਿਆ ਸੀ। ਤਾਂ ਇਹਦੇ ਫਾਦਰ ਨੇ ਇਹਨੂੰ ਘਰੋਂ ਕੱਢਤਾ ਸੀ ਤੇ ਇਹਦੇ ਚਾਚਾ ਜਿਹੜਾ ਹੈਗਾ ਨਾਹਰ ਸਿੰਘ, ਉਹਨੇ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਰੱਖ ਲਿਆ ਸੀਗਾ। 1 ਸਾਲ 1.5 ਸਾਲ ਪਹਿਲਾਂ ਇਹਨਾਂ ਨੇ ਆਪਣੇ ਚਾਚੇ ਨਾਹਰ ਸਿੰਘ ਨੂੰ ਵੀ ਘਰੋਂ ਕੱਢ ਦਿੱਤਾ। ਅਤੇ ਉਹ ਨਾਹਰ ਸਿੰਘ ਨੇ ਆਪਣੇ ਮੁਹੱਲੇ ਵਾਲਿਆਂ ਦੀ ਮਦਦ ਨਾਲ ਇਹਨਾਂ ਨੂੰ ਘਰੋਂ ਜਿਹੜਾ ਹੈਗਾ ਨਿਕਲ ਜਾਣ ਲਈ ਕਿਹਾ, ਜਿਹਦੇ 'ਤੇ ਇਹਨਾਂ ਨੇ ਫਿਰ ਕਾਫੀ ਡਰਾਮਾ ਕੀਤਾ ਅਤੇ ਕਹਿੰਦੇ ਵੀ ਅਸੀਂ ਦੋਵਾਂ ਨੇ ਦਵਾਈ ਪੀ ਲਈ ਹੈ। ਅਤੇ ਜਦੋਂ ਕਿ ਉਹ ਘਰ ਵਾਲਾ ਜਿਹੜਾ ਸੁਖਦੀਪ ਕਾਲਾ, ਉਹ ਵੀ ਬਿਲਕੁਲ ਠੀਕ ਹੈ ਅਤੇ ਇਹ ਵੀ ਠੀਕ ਹੈਗੀ ਹੈ। ਇਹਦਾ ਜਿਹੜਾ ਡਾਕਟਰ ਸਾਹਿਬ ਨੇ ਸੈਂਪਲ ਲਿਆ ਹੈਗਾ, ਉਹ ਟੈਸਟ ਰਿਪੋਰਟ ਤੋਂ ਪਤਾ ਲੱਗ ਜਾਊਗਾ ਵੀ ਇਹਨੇ ਦਵਾਈ ਪੀਤੀ ਹੈ ਕਿ ਨਹੀਂ ਪੀਤੀ ਹੈ। ਅਤੇ ASI ਚੌਂਕੀ ਜੱਜ ਲੱਧੂ ਵਾਲਾ ਜਿਹੜਾ ਉਹਦਾ ਬਿਆਨ ਲਿਖਣ ਗਿਆ, ਉਹ ਜੈਸੀ ਸੂਰਤ ਹੋ ਗਈ ਵੈਸੀ ਕਾਰਵਾਈ ਜਿਹੜੀ ਉਹਨੂੰ ਤੇ ਲਿਆਂਦੀ ਜਾਊਗੀ। ਉਹ ਇੱਦਾਂ ਹੈਗਾ, ਮਲਕੀਤ ਸਿੰਘ ਜਿਹੜਾ ਹੈਗਾ ਉੱਥੇ ਬਾਅਦ ਦੇ ਵਿੱਚ ਮੌਕੇ 'ਤੇ ਗਿਆ ਸੀਗਾ ਜ਼ਰੂਰ, ਕਿਉਂਕਿ ਜਿਹੜਾ ਬਜ਼ੁਰਗ ਨਾਹਰ ਸਿੰਘ ਆ, ਉਹਦੀਆਂ ਕਾਫੀ ਦੇਰ ਤੋਂ ਦਰਖਾਸਤਾਂ ਚੱਲੀਆਂ ਹੁੰਦੀਆਂ ਨੇ ਵੀ ਮੈਨੂੰ ਇਹਨਾਂ ਨੇ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਉਹ ਇਕੱਲਾ ਨਾਹਰ ਸਿੰਘ ਉੱਥੇ ਇਕੱਲਾ ਹੀ ਰਹਿੰਦਾ ਹੈਗਾ, ਉਹਦੇ ਬੱਚੇ ਜਾਂ ਕੋਈ ਹੋਰ ਵਾਈਫ ਉਹਦੇ ਨਾਲ ਨਹੀਂ ਰਹਿੰਦੇ। ਤਾਂ ਉਹ ਮਲਕੀਤ ਸਿੰਘ ਨੂੰ ਜਦੋਂ ਪਤਾ ਲੱਗਾ, ਫੋਨ ਗਿਆ ਹੈਗਾ, ਤਾਂ ਉਹ ਮੌਕੇ 'ਤੇ ਨੈਚੁਰਲੀ ਉੱਥੇ ਗਿਆ ਹੋਊਗਾ। ਪਰ ਉਹ ਜਿਹੜੇ ਹੁਣ ਬਿਆਨ ਲਿਖਾਉਂਦੇ ਆ, ਉਹ ਤੋਂ ਬਿਆਨ ਦੇ ਮੁਤਾਬਕ ਅਸੀਂ ਜਿਹੜੀ ਕਾਰਵਾਈ ਹੈਗੀ ਪੁਲਿਸ ਜੋ ਅਸਲੀਅਤ ਹੈਗੀ ਉਹ ਕਰੂਗੀ। ਫਿਲਹਾਲ ਤਾਂ ਇਹ ਚੌਂਕੀ ਜੱਜ ਜਦੋਂ ਬਿਆਨ ਲੈਣ ਗਿਆ, ਬਿਆਨ ਲੈ ਕੇ ਆਉਂਦੇ ਨੇ, ਫਿਰ ਅਸੀਂ ਕਾਰਵਾਈ ਕਰਦੇ ਹਾਂ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਸੁਰਾਂ ਦੇ ਸਿਕੰਦਰ ਨੂੰ ਉਹਨਾਂ ਦੇ ਜੱਦੀ ਪਿੰਡ ਖੇੜੀ ਨੌਦ ਸਿੰਘ ਵਿਖੇ ਕੀਤਾ ਗਿਆ ਸਪੁਰਦੇ ਖਾਕ। ਸਰਦੂਲ ਸਿਕੰਦਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਏ ਹਜ਼ਾਰਾਂ ਲੋਕ, ਪੰਜਾਬੀ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਦਿੱਤੀ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ। ਤਰਨਤਾਰਨ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਹਾ ਰੈਲੀ ਦਾ ਆਯੋਜਨ। ਮਹਾ ਰੈਲੀ 'ਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਹੋਇਆ ਸ਼ਾਮਲ। ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੀ ਦਿੱਲੀ ਅੰਦੋਲਨ ਨੂੰ ਮਜ਼ਬੂਤ ਕਰਨ ਤੇ ਦਿੱਤਾ ਗਿਆ ਜ਼ੋਰ। ਕਿਸਾਨਾਂ ਨੇ ਅੰਮ੍ਰਿਤਸਰ ਦੇ ਪਾਸਪੋਰਟ ਦਫ਼ਤਰ ਪਹੁੰਚੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਕੀਤਾ ਜ਼ਬਰਦਸਤ ਵਿਰੋਧ। ਸ਼ਵੇਤ ਮਲਿਕ ਦੇ ਡਰਾਈਵਰ ਨੇ ਭਜਾਈ ਗੱਡੀ। ਸੁਰੱਖਿਆ ਮੁਲਾਜ਼ਮ ਛੁੱਟੇ ਪਿੱਛੇ। ਕਿਸਾਨਾਂ ਨੇ ਕਿਹਾ ਕਾਨੂੰਨ ਵਾਪਸ ਨਾ ਹੋਣ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਭਾਜਪਾ ਲੀਡਰਾਂ ਦਾ ਵਿਰੋਧ। ਪੈਟਰੋਲ ਦੇ ਬਰਾਬਰ ਹੋਵੇਗਾ ਦੁੱਧ ਦਾ ਰੇਟ। ਕੈਥਲ ਦੇ ਪਿੰਡ ਕੈਲਰਮ ਦੇ ਕਿਸਾਨਾਂ ਨੇ ਕੀਤਾ ਐਲਾਨ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਇੱਕ ਹੋਰ ਕਿਸਾਨ ਨੇ ਵਾਹੀ ਕਣਕ ਦੀ ਖੜੀ ਫਸਲ। ਅਤੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਆਮੋ ਸਾਹਮਣੇ ਹੋਏ ਵਿਕਰਮ ਮਜੀਠੀਆ ਤੇ ਸੰਜੇ ਸਿੰਘ। ਮਾਣਹਾਨੀ ਮਾਮਲੇ 'ਚ ਦੋਵਾਂ ਦੀ ਹੋਣੀ ਸੀ ਕ੍ਰਾਸ ਐਗਜ਼ਾਮੀਨੇਸ਼ਨ। ਮਾਮਲੇ ਦੀ ਅਗਲੀ ਤਰੀਕ 4 ਮਾਰਚ ਪਈ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੋ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।